ਨਾਭੇ ਦੀ ਖੂਨੀ ਕਾਰ ਖਾਸ ਲੇਖਕ ਅਮਰ ਸਿੰਘ ਤੇ ਬਹੁਤ ਹੀ ਮਹਾਨ ਯੋਗਦਾਨ ਹੈ ਇਸ ਇਤਿਹਾਸ ਨੂੰ ਲਿਖਣ ਦੇ ਵਿੱਚ ਤੇ ਆਮ ਲੋਕਾਂ ਤੱਕ ਪਹੁੰਚਣ ਦੇ ਵਿੱਚ। ਸਮਰਪਣ ਲੋਕ ਸੀਰਤ ਮਨੁੱਖ ਮਾਤਰ ਦੇ ਨਿਸ਼ਕਾਮ ਸੇਵਕ ਸਰਦਾਰ ਗੁਰਮੁਖ ਸਿੰਘ ਜੀ, ਮਾਲਿਕ ਗੁਰਮੁਖ ਸਿੰਘ ਐਂਡ ਸੰਜ ਮਿਲਗੰਜ ਲੁਧਿਆਣਾ, ਜਿਨ੍ਹਾਂ ਦੇ ਪਵਿੱਤਰ ਹਿਰਦੇ ਵਿੱਚ ਧਰਮ ਤੇ ਦੇਸ਼ ਉਸਾਰੀ ਦਾ ਜਜ਼ਬਾ ਠਾਠਾ ਮਾਰ ਰਿਹਾ ਹੈ। ਵੈਦ ਅਮਰ ਸਿੰਘ ਤੇ ਦੂਜਾ ਭਾਈ ਤਾਰੂ ਸਿੰਘ ਸ਼ਹੀਦ ਜੈਤੋ ਦੇ ਮੋਰਚੇ ਦੀ ਆਰੰਭਤਾ ਵੇਲੇ ਸ਼ਹੀਦ ਹੋਏ ਸਿੰਘ ਦਾ ਵੇਰਵਾ, ਜਿਨ੍ਹਾਂ ਨੂੰ ਕਿ ਬਿਲਕੁਲ ਭਾਈ ਤਾਰੂ ਸਿੰਘ ਵਾਂਗ ਸ਼ਹੀਦ ਕੀਤਾ ਗਿਆ। ਸਿੱਖ ਕੌਮ ਦਾ ਉਹ ਮਹਾਨ ਸੂਰਮਾ ਵੈਦ ਅਮਰ ਸਿੰਘ ਤੇ ਖੂਨੀ ਕਾਰ ਖਾਸ ਨਾਭਾ ਵਿਖੇ ਖੂਨੀ ਕਾਰ ਖਾਸ ਦਾ ਉਹ ਦਿਰਸ ਨਾਭਾ ਵਿਖੇ, ਜੋ ਕਿ ਵੈਦ ਅਮਰ ਸਿੰਘ ਤੇ ਰਾਜਪੁਰਾ ਨੇ ਦ੍ਰਿਸ਼ ਦਿਖਾਇਆ। ਇਸ ਵਿੱਚ ਦੋ ਸ਼ਬਦ ਜੋ ਕਿ ਵੈਦ ਅਮਰ ਸਿੰਘ ਜੀ ਤੇ ਵੱਲੋਂ ਲਿਖੇ ਗਏ ਆ। ਇਹ ਪੁਸਤਕ ਛਪੀ ਆ 1 ਮਾਰਚ 1964। ਅੱਗੇ ਤੱਕਰਾ ਪ੍ਰਸਿੱਧ ਹਸਤੀਆਂ ਦੀਆਂ ਰਾਵਾਂ, ਨਾਭੇ ਦੀ ਘਟਨਾ, ਪੰਡਤ ਜਵਾਹਰ ਲਾਲ ਨਹਿਰੂ, ਮੁੱਖ ਸ਼ਬਦ ਸਰਦਾਰ ਗੋਪਾਲ ਸਿੰਘ ਕੌਮੀ, ਭੂਮਿਕਾ ਗੁਰਦੁਆਰਾ ਗੰਗਸਰ ਦੇ ਸਾਹਮਣੇ, ਭੁੱਖ ਹੜਤਾਲ, ਸ਼ਹੀਦ ਦੀ ਅੰਤਮ ਇੱਛਾ, ਕੁੱਤੇ ਖਾਨਾ, ਭੁਜੰਗੀਆਂ ਉੱਪਰ ਅਸਹਿ ਅਤਿਆਚਾਰ, ਜ਼ੁਲਮ ਦੀ ਨਵੀਂ ਸਕੀਮ, ਬਹਾਦਰ ਪਠਾਨ, ਜੁੱਤੀ ਵਿੱਚੋਂ ਰੁਪਇਆ। ਇਹ ਸਭ ਘਟਨਾਵਾਂ ਦਾ ਬਿਆਨ ਇਸ ਕਿਤਾਬ ਤੇ ਮਹਾਨ ਪੁਸਤਕ ਵਿੱਚ ਹੈ। ਨਾਭੇ ਦੀ ਖੂਨੀ ਕਾਰ ਖਾਸ ਲੇਖਕ ਵੈਦ ਅਮਰ ਸਿੰਘ ਤੇ ਸਮਰਪਣ ਲੋਕ ਸੀਰਤ ਮਨੁੱਖ ਮਾਤਰ ਦੇ ਨਿਸ਼ਕਾਮ ਸੇਵਕ ਸਰਦਾਰ ਗੁਰਮੁਖ ਸਿੰਘ ਜੀ। ਦੂਜਾ ਭਾਈ ਤਾਰੂ ਸਿੰਘ ਸ਼ਹੀਦ। ਜੋ ਮੈਂ ਇਹ ਦਰਦਨਾਕ ਘਟਨਾ ਨਾ ਲਿਖਦਾ ਜੇ ਤਾਂ ਮੇਰੀ ਜ਼ਮੀਰ ਸਾਰੀ ਜ਼ਿੰਦਗੀ ਮੈਨੂੰ ਕੋਸਦੀ ਰਹਿੰਦੀ। ਮੈਨੂੰ ਇਹ ਤਾਂ ਪਤਾ ਸੀ ਕਿ ਜਥੇਦਾਰ ਭਾਈ ਰਣ ਸਿੰਘ ਜੀ ਪੁੱਤਰ ਭਾਈ ਭੋਲਾ ਸਿੰਘ ਜੀ ਪਿੰਡ ਮਾਧਪੁਰ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ, ਚੌਥੇ ਸ਼ਹੀਦੀ ਜਥੇ ਵਿੱਚ ਸ਼ਾਮਲ ਹੋ ਕੇ ਗੰਗਸਰ ਜੈਤੋ ਗਏ ਸਨ ਅਤੇ ਨਾਭੇ ਜੇਲ੍ਹ ਵਿੱਚ ਸ਼ਹੀਦ ਹੋ ਗਏ। ਸ਼ਹੀਦੀ ਕਿਸ ਤਰ੍ਹਾਂ ਪ੍ਰਾਪਤ ਕੀਤੀ ਤਫਸੀਲ ਦਾ ਪਤਾ ਨਹੀਂ ਸੀ। 15 ਫਰਵਰੀ 1964 ਨੂੰ ਅਚਾਨਕ ਪੁਰਾਣੇ ਕੌਮੀ ਵਰਕਰ ਮਾਸਟਰ ਕਪੂਰ ਸਿੰਘ ਜੀ, ਮੌਨਪੁਰ, ਜ਼ਿਲ੍ਹਾ ਲੁਧਿਆਣਾ, ਮੈਨੂੰ ਰੇਲ ਵਿੱਚ ਮਿਲ ਗਏ। ਮੈਂ ਉਸ ਦਿਨ ਰਾਜਪੁਰੇ ਨੂੰ ਜਾ ਰਿਹਾ ਸੀ। ਭਾਈ ਰਣ ਸਿੰਘ ਸ਼ਹੀਦ ਦਾ ਜ਼ਿਕਰ ਆਇਆ ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਜੇ ਤੁਸੀਂ ਜੇਲ੍ਹ ਦੇ ਅੰਦਰ ਮੈਨੂੰ ਉਹਨਾਂ ਦੀ ਸ਼ਹੀਦੀ ਬਾਰੇ ਤਫਸੀਲ ਪਹੁੰਚਾ ਦਿਓ ਤਾਂ ਮੈਂ ਹੋਰ 2 ਵਰਕਿਸ਼ ਪਵਾ ਕੇ ਨਾਲ ਲਾ ਦਿਆਂਗਾ। ਪੁਸਤਕ ਤਾਂ ਸਭ ਗਈ ਹੈ। 19 ਫਰਵਰੀ 1964 ਨੂੰ ਮੈਨੂੰ ਭਾਈ ਚਰਨ ਸਿੰਘ ਅਕਾਲੀ ਦਾ ਖੱਤ ਮਿਲਿਆ, ਜੋ ਮਾਸਟਰ ਕਪੂਰ ਸਿੰਘ ਜੀ ਨੇ ਲਿਖਵਾਇਆ ਸੀ। ਖੱਤ ਪੜ੍ਹ ਕੇ ਮੇਰਾ ਸਿਰ ਚਕਰਾ ਗਿਆ ਅਤੇ ਮੈਂ ਪਾਗਲਾਂ ਵਾਂਗ ਆਪ ਮੁਹਾਰਾ ਬੋਲਣ ਲੱਗ ਪਿਆ। ਜ਼ਾਲਮੋ, ਇੰਨਾ ਜ਼ੁਲਮ, ਹਾਏ ਤੁਹਾਡਾ ਬੇੜਾ ਗਰਕ ਹੋ ਜੇ। ਜਦ ਜਰਾ ਦਿਲ ਟਿਕਿਆ ਤਾਂ ਲਿਖਣਾ ਸ਼ੁਰੂ ਕੀਤਾ। ਲਓ ਹੁਣ ਸੁਣੋ 20ਵੀਂ ਸਦੀ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਜ਼ੁਲਮੀ ਕਹਾਣੀ। ਭਾਈ ਰਣ ਸਿੰਘ ਦਾ ਜਨਮ 1890 ਦੇ ਕਰੀਬ ਪਿੰਡ ਮਾਧਪੁਰ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ ਵਿਖੇ
ਮਾਤਾ ਅਤਰ ਕੌਰ ਜੀ ਦੀ ਕੁੱਖੋਂ ਹੋਇਆ। ਪਿਤਾ ਦਾ ਨਾਮ ਸਰਦਾਰ ਭੋਲਾ ਸਿੰਘ ਸੀ। ਸਰਦਾਰ ਭੋਲਾ ਸਿੰਘ ਚੰਗੇ ਖਾਂਦੇ ਪੀਂਦੇ ਜ਼ਿਮੀਂਦਾਰ ਸਨ। ਭਾਈ ਰਣ ਸਿੰਘ ਜੀ ਨੇ ਆਪਣਾ ਬਾਲਾਪਨ ਅਤੇ ਜਵਾਨੀ ਸਧਾਰਨ ਪੇਂਡੂ ਕਿਸਾਨਾਂ ਵਾਂਗ ਗੁਜ਼ਾਰੀ। ਧਰਮ ਵੱਲ ਆਪ ਦੀ ਰੁਚੀ ਕੁਦਰਤੀ ਸੀ। 1921 ਵਿੱਚ ਆਪ ਤਿਆਰ ਬਰ ਹੋ ਕੇ ਕੌਮੀ ਸੇਵਾ ਵਿੱਚ ਜੁਟ ਗਏ। ਕਾਰ ਸੇਵਾ ਗੁਰੂ ਕਾ ਬਾਗ ਦੇ ਮੋਰਚੇ ਵਿੱਚ ਅਮਲੀ ਹਿੱਸਾ ਲਿਆ। ਮੇਰੀ ਅਤੇ ਉਹਨਾਂ ਦੀ ਪਹਿਲੀ ਮੁਲਾਕਾਤ 1923 ਵਿੱਚ ਅੰਮ੍ਰਿਤਸਰ ਮਲਵਈ ਬੁੰਗੇ ਵਿੱਚ ਹੋਈ ਸੀ। ਉਹਨਾਂ ਦਿਨਾਂ ਵਿੱਚ ਤਹਿਸੀਲ ਸਮਰਾਲਾ ਦੇ ਜਥੇਦਾਰ ਸਨ। ਦਰਮਿਆਨਾ ਕੱਦ, ਭਾਰਾ ਦਾੜ੍ਹਾ, ਭਗਵਾਂ ਚਿਹਰਾ, ਨਿਰਛਲ ਬਿਰਤੀ, ਗੱਲਾਂ ਬਾਤਾਂ ਵਿੱਚ ਧਰਮ ਤੇ ਦੇਸ਼ ਹਿੱਤ ਮਰਨ ਦਾ ਜਜ਼ਬਾ ਡੁੱਲ ਪੈਂਦਾ ਸੀ। ਬਰਸਾਂ ਬੱਧੀ ਕੌਮੀ ਲਹਿਰਾਂ ਵਿੱਚ ਰੁੱਝੇ ਰਹਿਣ ਕਰਕੇ ਘਰ ਦਾ ਢਾਂਚਾ ਵਿਗੜ ਗਿਆ। ਖੁਸ਼ਹਾਲੀ ਦੀ ਥਾਂ ਗਰੀਬੀ ਨੇ ਲੈ ਲਈ। ਇਸ ਹਾਲਤ ਵਿੱਚ ਵੀ ਆਪ ਦਾ ਜੋਸ਼ ਠੰਡਾ ਨਾ ਹੋਇਆ। ਆਪ ਚੌਥੇ ਸ਼ਹੀਦੀ ਜੱਥੇ ਵਿੱਚ ਜਾਣ ਲਈ ਤਿਆਰ ਹੋ ਗਏ। ਇਹ 500 ਦਾ ਸ਼ਹੀਦੀ ਜੱਥਾ ਵੀ ਅਨੰਦਪੁਰ ਸਾਹਿਬ ਤੋਂ ਪ੍ਰਣ ਕਰਕੇ ਜੈਤੋ ਜਾਣਾ ਸੀ। ਆਪ ਜੀ ਦੀ ਧਰਮ ਪਤਨੀ ਬੀਬੀ ਪ੍ਰਸੰਨ ਕੌਰ ਹੱਥ ਬੰਨ੍ਹ ਕੇ ਖੜੀ ਹੋ ਗਈ। ਸਰਦਾਰ ਜੀ, ਤੁਸੀਂ ਸ਼ਹੀਦੀ ਜੱਥੇ ਵਿੱਚ ਜਾਣ ਲਈ ਤਿਆਰ ਹੋ ਗਏ ਹੋ। ਘਰ ਤਾਂ ਇੱਕ ਪੈਸਾ ਵੀ ਨਹੀਂ। ਸ਼ਹੀਦੀ ਦੇ ਮਤਵਾਲੇ ਰਣ ਸਿੰਘ ਨੇ 500 ਰੁਪਏ 'ਚ ਜ਼ਮੀਨ ਗਹਿਣੇ ਪਾ ਕੇ ਘਰ ਖਰਚ ਦੇ ਕੇ ਅਨੰਦਪੁਰ ਸਾਹਿਬ ਦੀ ਰਾਹ ਲਈ। ਜੱਥੇ ਨਾਲ ਕੈਦ ਹੋ ਕੇ ਵੀਰ ਦੁਸਾਂਝ ਕੈਂਪ ਜੇਲ੍ਹ ਨਾਭਾ ਵਿੱਚ ਬੰਦ ਕਰ ਦਿੱਤੇ ਗਏ। ਚੌਥਾ ਜੱਥਾ 27 ਮਾਰਚ 1924 ਨੂੰ ਅਨੰਦਪੁਰ ਸਾਹਿਬ ਤੋਂ ਚੱਲਿਆ ਤੇ 18 ਅਪ੍ਰੈਲ 1924 ਨੂੰ ਜੈਤੋ ਪੁੱਜਿਆ। ਕੈਂਪ ਜੇਲ੍ਹ ਵਿੱਚੋਂ ਰੋਜ਼ 50 ਸਿੰਘ ਕਾਰ ਖਾਸ ਵਿੱਚ ਲੈ ਆਏ ਜਾਂਦੇ। 8 ਫਰਵਰੀ ਅਤੇ 20 ਫਰਵਰੀ 1925 ਦੇ ਦਰਮਿਆਨ ਭਾਈ ਰਣ ਸਿੰਘ ਜੀ ਨੂੰ ਵੀ ਕਾਰ ਖਾਸ ਵਿੱਚ ਲੈ ਆਏ। ਕੈਂਪ ਜੇਲ੍ਹ ਤੋਂ ਤੁਰਨ ਵੇਲੇ ਗਲ ਵਿੱਚ ਪੱਲਾ ਪਾ ਕੇ ਸਾਥੀਆਂ ਨੂੰ ਫਤਿਹ ਬੁਲਾ ਕੇ ਕਹਿਣ ਲੱਗੇ, ਖਾਲਸਾ ਜੀ ਅਰਦਾਸ ਕਰੋ, ਸਤਿਗੁਰ ਦਾਸ ਨੂੰ ਸ਼ਹੀਦੀ ਦਾਨ ਬਖਸ਼ੇਲਾ। ਜਾਣ ਤੋਂ ਪਹਿਲਾਂ ਇੱਕ ਰੁੱਕਾ ਭਾਈ ਰਾਮ ਸਿੰਘ ਜੀ ਲੇਬੜਾ, ਜੋ ਕਿ ਲੁਧਿਆਣੇ ਦੇ ਨਾਂ ਲਿਖ ਕੇ ਆਪਣੇ ਇੱਕ ਸਾਥੀ ਨੂੰ ਦੇਰ ਹਦਾਇਤ ਕੀਤੀ ਕਿ ਇਹ ਕਿਸੇ ਤਰ੍ਹਾਂ ਜੇਲ੍ਹ ਤੋਂ ਬਾਹਰ ਭੇਜ ਦੇਣਾ। ਉਸ ਵਿੱਚ ਭਾਈ ਰਾਮ ਸਿੰਘ ਜੀ ਨੂੰ ਲਿਖਿਆ ਸੀ, ਗੁੱਤੇ ਫਤਿਹ ਬਾਚਰਨ ਤੁਸਾਂ ਮੇਰੀ ਹੀ ਨਹੀਂ ਸਗੋਂ ਆਮ ਦੇਸ਼ ਭਗਤਾਂ ਅਕਾਲੀ ਜਲਾਵਤਨਾਂ ਦੀ ਸੇਵਾ ਕਰਦਿਆਂ ਆਪਣਾ ਕਾਰੋਬਾਰ ਤੇ ਘਰ ਉਜਾੜਿਆ ਹੈ। ਦਾਸ ਨੂੰ ਮਾਫੀ ਦੇਣੀ ਅਤੇ ਅਡੋਲ ਰਹਿਣਾ, ਸੇਵਾ ਦਾ ਰਾਹ ਨਾ ਛੱਡਣਾ। ਕਾਰ ਖਾਸ ਦੇ ਜਲਾਦ ਭਾਈ ਜੀ ਨੂੰ ਲੈ ਆਏ। ਸ਼ਾਮ ਨੂੰ ਜਦ ਆਪ ਰਹਿਰਾਸ ਦਾ ਪਾਕ ਕਰ ਰਹੇ ਸਨ, ਜ਼ਾਲਮਾਂ ਨੇ ਫੜ ਕੇ ਕੇਸਾਂ ਨੂੰ ਰੱਸੇ ਨਾਲ ਬੰਨ੍ਹ ਕੇ ਛੱਤ ਨਾਲ ਬੰਨ੍ਹ ਦਿੱਤਾ ਅਤੇ ਪੈਰਾਂ ਨਾਲ ਪੱਥਰ ਬੰਨ੍ਹ ਕੇ ਕੁਰਸੀ ਹੇਠੋਂ ਖਿੱਚ ਲਈ। ਇੱਕਦਮ ਬੋਝ ਪੈਣ ਨਾਲ ਕੇਸ ਖੋਪੜੀ ਸਮੇਤ ਸਿਰ ਨਾਲੋਂ ਅਲੱਗ ਹੋ ਗਏ। ਧੜ ਹੇਠਾਂ ਗਿਰ ਪਿਆ। ਭਾਈ ਰਣ ਸਿੰਘ ਜੀ ਨੇ ਤਾਰੂ ਸਿੰਘ ਜੀ ਦੀ ਸ਼ਹੀਦ ਦੇ ਰਾਹ 'ਤੇ ਚੱਲ ਕੇ ਅਮਰ ਪਦਵੀ ਪਾਈ। ਲਾਸ਼ ਸਾੜੀ ਜਾਂ ਦੱਬੀ ਗਈ, ਇਹ ਕਿਸੇ ਨੂੰ ਪਤਾ ਨਹੀਂ, ਨਾ ਹੀ ਪਤਾ ਕੀਤਾ। ਪੰਥ ਦੇ ਠੇਕੇਦਾਰਾਂ ਨੇ ਕਾਰ ਖਾਸ ਦੇ ਜ਼ਾਲਮ ਭਗਵਾਨ ਸਿੰਘ ਮੌੜ ਨੂੰ ਅਸੈਂਬਲੀ ਦਾ ਪੰਥਕ ਟਿਕਟ ਦੇ ਦਿੱਤਾ ਤੇ ਨਿਰਦਈ ਜਲਾਦ ਰਾਮ ਕਿਸ਼ਨ ਜੋਸ਼ੀ, ਬਲਦ ਲਛਮਣ ਦਾਸ ਜੋਸ਼ੀ ਨਾਭਾ ਖਾਸ ਅਜੇ ਵੀ ਕੌਮੀ ਸਰਕਾਰ ਤੋਂ ਹੌਲਦਾਰੀ ਪੈਨਸ਼ਨ ਲੈ ਰਿਹਾ ਹੈ। ਇਸ ਤਰ੍ਹਾਂ ਹੋਰ ਜ਼ਾਲਮ ਅਫਸਰ ਤੇ ਝੋਲੀ ਚੁੱਕ ਦੇਸ਼ ਭਗਤਾਂ ਨੂੰ ਕੋਹਨ ਅਤੇ ਫਾਂਸੀਆਂ ਲਵਾਉਣ ਵਾਲੇ ਮਰੱਬੇ ਜੰਗੀਰਾਂ ਪੈਨਸ਼ਨਾਂ ਕੌਮੀ ਸਰਕਾਰ ਤੋਂ ਲੈ ਰਹੇ ਹਨ ਤੇ ਦੇਸ਼ ਭਗਤਾਂ ਦਾ ਮੂੰਹ ਚੜਾ ਰਹੇ ਹਨ। ਪੈਪਸੂ ਅਸੈਂਬਲੀ ਦਾ 1942 'ਚ ਪੰਥਕ ਟਿਕਟ ਦਿੱਤਾ। ਜ਼ਾਲਮ ਭਗਵਾਨ ਸਿੰਘ।
ਅੱਗੇ ਸੁਰਿੰਦਰ ਸਿੰਘ ਨਾਲਾਗੜ੍ਹ ਵੀ ਲਿਖਦੇ ਆ, ਮਿਨਿਸਟਰ ਫਾਰ ਡਿਵੈਲਪਮੈਂਟ ਪਟਿਆਲਾ 17 ਅਕਤੂਬਰ 1955। I am glad to know that Amar Singh Teg has touched on a subject in his book Nabha di Karkhas, Khuni Karkhas, which has not been touched so far. This will help in the study and compilation of a chapter in the history of freedom movement in this part of the country. I hope he will be able to write some more books on this subject. ਦੋ ਸ਼ਬਦ। ਨਾਭੇ ਦੀ ਖੂਨੀ ਕਾਰ ਖਾਸ 1955 'ਚ ਛਪੀ ਸੀ। ਆਪਣੀ ਪਤਨੀ ਦੀ ਬਿਮਾਰੀ ਦੇ ਕਾਰਨ ਮੈਂ ਛਪਾਈ ਵੱਲ ਧਿਆਨ ਨਾ ਦੇ ਸਕਿਆ। ਇਸ ਦੇ ਬਾਵਜੂਦ ਭਾਰਤ ਦੇ ਪ੍ਰਸਿੱਧ ਤਾਰੀਖਦਾਨਵਾਂ ਡਾਕਟਰ ਗੰਡਾ ਸਿੰਘ ਜੀ ਵਰਗੇ ਵਿਦਵਾਨ ਸੱਜਣਾਂ ਨੇ ਇਸ 'ਤੇ ਜ਼ਬਰਦਸਤ ਰਾਹਾਂ ਲਿਖ ਕੇ ਮੇਰੀ ਹੌਸਲਾ ਅਫਜ਼ਾਈ ਕੀਤੀ, ਪਰ ਮੇਰੀ ਉਹ ਆਸ ਪੂਰੀ ਨਾ ਹੋ ਸਕੀ। ਇਹ ਪੁਸਤਕ ਪੰਜਾਬ ਦੇ ਪਿੰਡਾਂ ਤੱਕ ਪੁੱਜੇ। ਸ੍ਰੀਮਾਨ ਡਾਇਰੈਕਟਰ ਸਾਹਿਬ ਪੰਚਾਇਤ ਪੰਜਾਬ ਤੋਂ ਮਾਣਯੋਗ DPI ਸਾਹਿਬ ਤੇ ਪ੍ਰਧਾਨ ਸਾਹਿਬ ਸੈਂਟਰਲ ਲਾਇਬ੍ਰੇਰੀ ਕਮੇਟੀ ਪੰਜਾਬ ਦੇ ਸਰਕੂਲਰਾਂ ਨੇ ਮੇਰਾ ਹੌਸਲਾ ਵਧਾ ਦਿੱਤਾ। ਪੈਪਸੂ ਸਰਕਾਰ ਦੀ ਪਹਿਲਾਂ ਹੀ ਮਨਜ਼ੂਰੀ ਸੀ। ਸ੍ਰੀਮਾਨ ਸਰਦਾਰ ਗੁਰਮੁਖ ਸਿੰਘ ਐਂਡ ਸੰਤ ਤੇ ਸਰਦਾਰ ਮਹਿੰਦਰ ਸਿੰਘ ਜੀ ਖਾਲਸਾ ਫਾਊਂਡਰੀ ਮੇਲਰਗੰਜ ਲੁਧਿਆਣਾ ਆਦਿ ਪਤਵੰਤੇ ਮਿੱਤਰਾਂ ਦੇ ਥਾਪੜੇ ਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ। ਦੂਜੀ ਭੇਟਾ ਕਰ ਰਿਹਾ ਹਾਂ ਵੈਦ ਅਮਰ ਸਿੰਘ ਤੇਗ, ਗੋਬਿੰਦ ਕਲੋਨੀ, ਰਾਜਪੁਰਾ ਟਾਊਨਸ਼ਿਪ, ਪੰਜਾਬ 1/3/1964। ਅੱਗੇ ਪ੍ਰਸਿੱਧ ਹਸਤੀਆਂ ਦੀਆਂ ਰਾਵਾਂ ਨੇ, ਜੋ ਕਿ ਗੰਡਾ ਸਿੰਘ ਜੀ ਡਾਇਰੈਕਟਰ ਆਰਕਵਾਈਜ਼ਕੌਪ ਪਟਿਆਲਾ, ਪੈਕ 14/10/1955। ਤੇ ਦੂਸਰੀ ਰਾਵ ਹੈ ਨਿਹਾਲ ਸਿੰਘ ਮਹਾਰਾਜ ਨਾਮਧਾਰੀ ਮੈਂਬਰ ਰਾਜਿਓ ਸਭਾ 114 ਨਾਰਥ ਐਵਨਿਊ, ਨਈ ਦਿੱਲੀ। ਇਹਨਾਂ ਨੇ ਵੀ ਲਿਖਿਆ 17/10/54। ਅੱਗੇ ਸੁਰਿੰਦਰ ਨਾਥ ਖੋਸਲਾ BA LLB MLA ਪੈਪਸੂ ਪਟਿਆਲਾ 1/9/55। ਰਣਜੀਤ ਸਿੰਘ ਗਿੱਲ ਡਾਇਰੈਕਟਰ ਮਹਿਕਮਾ ਪੰਜਾਬ ਪੈਪਸੂ ਪਟਿਆਲਾ 15/10/55 ਨੂੰ। ਅੱਗੇ ਸ਼ੁਰੂ ਹੁੰਦੀ ਹੈ ਕਹਾਣੀ ਨਾਭੇ ਦੀ ਘਟਨਾ। ਪੰਡਿਤ ਜਵਾਹਰ ਲਾਲ ਨਹਿਰੂ। ਨਾਭੇ ਦੇ ਮੋਰਚੇ ਸਮੇਂ ਅਚਾਨਕ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਵੀ ਇੱਥੋਂ ਦੀਆਂ ਜੇਲ੍ਹਾਂ ਵਿੱਚ ਕੁਝ ਦਿਨ ਕੱਟਣੇ ਪਏ ਸਨ। ਉਹਨਾਂ ਦੀ ਕਲਮ ਬੰਦ ਕੀਤੀ, ਆਪ ਬੀਤੀ ਪਾਠਕਾਂ ਦੀ ਦਿਲਚਸਪੀ ਲਈ ਇੱਥੇ ਅੰਕਿਤ ਕੀਤੀ ਜਾਂਦੀ ਹੈ। ਸਵਰਾਜੀਆਂ ਅਤੇ ਅਪਰਿਵਰਤਨਵਾਦੀਆਂ ਵਿੱਚ ਖਿੱਚੋਤਾਣ ਰਹੀ। ਸਵਰਾਜੀ ਹੌਲੀ ਹੌਲੀ ਤਕੜੇ ਹੁੰਦੇ ਗਏ। 1923-24 ਪਤਝੜ ਵਿੱਚ ਕਾਂਗਰਸ ਦੇ ਦਿੱਲੀ ਦੇ ਖਾਸ ਸੰਮੇਲਨ ਵੇਲੇ ਸਵਰਾਜੀ ਜਿੱਤ ਦਾ ਇੱਕ ਹੋਰ ਕਦਮ ਅੱਗੇ ਵੱਧ ਗਿਆ। ਇਸ ਕਾਨਫਰੰਸ ਵਿੱਚ ਮੇਰੇ ਨਾਲ ਇੱਕ ਅਜੀਬ ਘਟਨਾ ਹੋਈ ਸੀ, ਜਿਸ ਦੀ ਮੈਨੂੰ ਕੋਈ ਉਮੀਦ ਨਹੀਂ ਸੀ। ਸਿੱਖ ਅਤੇ ਉਹਨਾਂ ਵਿੱਚੋਂ ਖਾਸਕਰ ਅਕਾਲੀ ਪੰਜਾਬ ਵਿੱਚ ਸਰਕਾਰ ਨਾਲ ਮੁੜ ਕੇ ਟਾਕਰੇ ਵਿੱਚ ਆ ਰਹੇ ਸੀ। ਉਹਨਾਂ ਵਿੱਚ ਇੱਕ ਪੁਨਰ ਉਦਾਰਕ ਅੰਦੋਲਨ ਤੇ ਮਹੰਤਾਂ ਨੂੰ ਆਪਣੇ ਗੁਰਦੁਆਰਿਆਂ 'ਚੋਂ ਕੱਢਣ ਤੇ ਪੂਜ ਸਥਾਨਾਂ 'ਤੇ ਉਹਨਾਂ ਦੀ ਜਾਇਦਾਦ ਉੱਤੇ ਕਬਜ਼ਾ ਕਰਨ ਦਾ ਕੰਮ ਆਪਣੇ ਜ਼ਿੰਮੇ ਲੈ ਲਿਆ। ਸਰਕਾਰ ਨੇ ਦਖਲ ਦਿੱਤਾ ਤੇ ਟਾਕਰਾ ਸ਼ੁਰੂ ਹੋ ਗਿਆ। ਗੁਰਦੁਆਰਾ ਅੰਦੋਲਨ ਕੁਝ ਨਾ ਮਿਲਵਰਤਣ ਨਾਲ ਪੈਦਾ ਕੀਤੀ ਗਈ ਜਾਗਰਤ ਕਰਕੇ ਸੀ ਤੇ ਅਕਾਲੀਆਂ ਦਾ ਇੱਕ ਸਾਧਨ ਅਹਿੰਸਕ ਸੱਤਿਆਗ੍ਰਹਿ ਦੇ ਵਾਂਗ ਢੰਗ ਉੱਤੇ ਬਣਾਇਆ ਗਿਆ ਸੀ। ਕਈ ਘਟਨਾਵਾਂ ਹੋਈਆਂ, ਪਰ ਉਹਨਾਂ ਵਿੱਚੋਂ ਸਭ ਤੋਂ ਵੱਡੀ ਮਸ਼ਹੂਰ ਗੁਰੂ ਕਾ ਬਾਗ ਦੀ ਲੜਾਈ ਸੀ, ਜਿਸ ਵਿੱਚ ਕਈ ਸਿੱਖਾਂ ਨੇ, ਜਿਨ੍ਹਾਂ ਵਿੱਚੋਂ ਕਈ ਪੁਰਾਣੇ ਫੌਜੀ ਵੀ ਸਨ, ਬਿਨਾਂ ਹੱਥ ਚੁੱਕੇ ਜਾਂ ਆਪਣੇ ਮਨੋਰਥ ਤੋਂ ਮੂੰਹ ਫੇਰੇ ਪੁਲਿਸ ਦੀਆਂ ਬੇਰਹਿਮ ਮਾਰਾਂ ਖਾਧੀਆਂ। ਹਿੰਦੁਸਤਾਨ ਹਿੰਮਤ ਤੇ ਦ੍ਰਿੜਤਾ ਦੀ ਇਹ ਝਾਕੀ ਦੇਖ ਕੇ ਦੰਗ ਰਹਿ ਗਿਆ। ਗੁਰਦੁਆਰਾ ਕਮੇਟੀ ਗੈਰ ਕਾਨੂੰਨੀ ਕਰਾਰ ਦਿੱਤੀ ਗਈ। ਲੜਾਈ ਕੁਝ ਸਮੇਂ ਤੱਕ ਚੱਲਦੀ ਰਹੀ। ਅਖੀਰ ਸਿੱਖਾਂ ਦੀ ਜਿੱਤ ਵਿੱਚ ਖਤਮ ਹੋਈ।
ਕਾਂਗਰਸੀ ਹਮਦਰਦੀ ਕੁਦਰਤਨ ਸੀ ਤੇ ਕੁਝ ਦੇਰ ਤੱਕ ਅੰਮ੍ਰਿਤਸਰ ਵਿੱਚ ਉਹਨਾਂ ਨੇ ਇੱਕ ਖਾਸ ਮੇਲੂ ਅਫਸਰ ਅਕਾਲੀ ਅੰਦੋਲਨ ਦੀਆਂ ਖਬਰਾਂ ਵਾਸਤੇ ਰੱਖਿਆ। ਜਿਹੜੀ ਘਟਨਾ ਮੈਂ ਦੱਸਣ ਲੱਗਾ ਹਾਂ ਉਸ ਦਾ ਇਸ ਵੱਡੇ ਸਿੱਖ ਅੰਦੋਲਨ ਨਾਲ ਕੋਈ ਸੰਬੰਧ ਨਹੀਂ, ਪਰ ਇਸ ਵਿੱਚ ਸ਼ੱਕ ਨਹੀਂ ਕਿ ਉਹ ਸਿੱਖਾਂ ਦੀ ਹਲਚਲ ਹੀ ਕਰਕੇ ਪੰਜਾਬ ਦੀਆਂ ਦੋ ਸਿੱਖ ਰਿਆਸਤਾਂ ਦੇ ਮਹਾਰਾਜਾ ਪਟਿਆਲਾ ਅਤੇ ਨਾਭਾ ਵਿੱਚ ਡੂੰਘੀ ਜਾਤੀ ਦੁਸ਼ਮਣੀ ਸੀ, ਜਿਸ ਕਰਕੇ ਅਖੀਰ ਵਿੱਚ ਹਿੰਦੁਸਤਾਨੀ ਸਰਕਾਰ ਨੇ ਮਹਾਰਾਜਾ ਨਾਭੇ ਨੂੰ ਗੱਦੀ ਤੋਂ ਉਤਾਰ ਦਿੱਤਾ। ਨਾਭਾ ਰਿਆਸਤ ਦੀ ਹਕੂਮਤ ਵਾਸਤੇ ਉਹਨਾਂ ਇੱਕ ਅੰਗਰੇਜ਼ ਐਡਮਿਨਿਸਟ੍ਰੇਟਰ ਮੁਕਰਰ ਕਰ ਦਿੱਤਾ। ਗੱਦੀ ਤੋਂ ਉਤਾਰੇ ਜਾਣ ਦਾ ਸਿੱਖਾਂ ਨੂੰ ਗੁੱਸਾ ਸੀ। ਉਹਨਾਂ ਇਸ ਦੇ ਵਿਰੁੱਧ ਨਾਭੇ ਵਿੱਚ ਅਤੇ ਉਸ ਤੋਂ ਬਾਹਰ ਅੰਦੋਲਨ ਸ਼ੁਰੂ ਕਰ ਦਿੱਤਾ। ਇਸ ਅੰਦੋਲਨ ਵਿੱਚ ਨਵੇਂ ਐਡਮਿਨਿਸਟ੍ਰੇਟਰ ਨੇ ਨਾਭੇ ਰਿਆਸਤ ਦੀ ਇੱਕ ਥਾਂ ਜੈਤੋ ਵਿੱਚ ਇੱਕ ਧਾਰਮਿਕ ਰਸਮ ਬੰਦ ਕਰ ਦਿੱਤੀ। ਇਸ ਦੇ ਬਰਖਿਲਾਫ ਰੋਸ ਪ੍ਰਗਟ ਕਰਨ ਵਾਸਤੇ ਤੇ ਅਰੋਕੀ ਹੋਈ ਰਸਮ ਨੂੰ ਜਾਰੀ ਰੱਖਣ ਦੇ ਐਲਾਨੀਆਂ ਮਨੋਰਥ ਵਾਸਤੇ ਸਿੱਖਾਂ ਨੇ ਜੈਤੋ ਵਿੱਚ ਜੱਥੇ ਭੇਜਣੇ ਸ਼ੁਰੂ ਕਰ ਦਿੱਤੇ। ਪੁਲਿਸ ਉਹਨਾਂ ਜੱਥਿਆਂ ਨੂੰ ਰੋਕਦੀ, ਮਾਰਦੀ ਤੇ ਗ੍ਰਿਫਤਾਰ ਕਰਕੇ ਅਕਸਰ ਦੁਰਾਡੇ ਜੰਗਲ ਵਿੱਚ ਇੱਕ ਜਗ੍ਹਾ ਲਿਜਾ ਕੇ ਛੱਡ ਦਿੰਦੀ। ਮੈਂ ਇਹਨਾਂ ਮਾਰਾਂ ਦੀਆਂ ਖਬਰਾਂ ਕਦੀ ਪੜ੍ਹਦਾ ਰਹਿੰਦਾ ਸਾਂ ਅਤੇ ਜਦ ਦਿੱਲੀ ਕਾਂਗਰਸ ਦੇ ਖਾਸ ਅਜਲਾਸ ਪਿੱਛੋਂ ਮੈਨੂੰ ਪਤਾ ਲੱਗਾ ਕਿ ਇੱਕ ਹੋਰ ਜੱਥਾ ਜਾ ਰਿਹਾ ਹੈ ਅਤੇ ਮੈਨੂੰ ਆ ਕੇ ਘਟਨਾ ਦੇਖਣ ਲਈ ਸੱਦਾ ਦਿੱਤਾ ਗਿਆ ਤਾਂ ਮੈਂ ਇੱਕਦਮ ਮੰਨ ਲਿਆ। ਇਸ ਨਾਲ ਮੇਰਾ ਸਿਰਫ ਇੱਕ ਦਿਨ ਲੱਗਣਾ ਸੀ, ਕਿਉਂਕਿ ਜੈਤੋ ਦਿੱਲੀ ਦੇ ਨੇੜੇ ਹੀ ਸੀ। ਮੇਰੇ ਦੋ ਕਾਂਗਰਸੀ ਸਾਥੀਆਂ ਏ.ਟੀ. ਗਿਡਵਾਨੀ ਅਤੇ ਮਦਰਾਸ ਦੇ ਕੇ ਸੰਤਾਨਮ ਨੇ ਮੇਰਾ ਸਾਥ ਦਿੱਤਾ। ਜੱਥਾ ਬਹੁਤ ਦੂਰ ਪੈਦਲ ਚੱਲਦਾ ਰਿਹਾ। ਇਹ ਪ੍ਰਬੰਧ ਕੀਤਾ ਗਿਆ ਕਿ ਅਸੀਂ ਨੇੜੇ ਦੇ ਰੇਲਵੇ ਸਟੇਸ਼ਨ ਉੱਤੇ ਪਹੁੰਚ ਕੇ ਜਿਸ ਵੇਲੇ ਜੱਥਾ ਨਾਭੇ ਦੀ ਹੱਦ ਕੋਲ ਪਹੁੰਚਣਾ ਹੋਵੇ ਉਸ ਵੇਲੇ ਸੜਕ ਰਾਹੀਂ ਉੱਥੋਂ ਪਹੁੰਚ ਜਾਈਏ। ਅਸੀਂ ਇੱਕ ਗੱਡੇ ਵਿੱਚ ਆਏ ਅਤੇ ਠੀਕ ਵਕਤ ਉੱਤੇ ਪਹੁੰਚ ਗਏ ਅਤੇ ਜੱਥੇ ਤੋਂ ਵੱਖਰੇ ਰਹਿ ਕੇ ਉਸ ਦੇ ਮਗਰ ਚੱਲ ਪਏ। ਜੈਤੋ ਪਹੁੰਚ ਕੇ ਪੁਲਿਸ ਨੇ ਜੱਥੇ ਨੂੰ ਰੋਕ ਲਿਆ ਅਤੇ ਇੱਕਦਮ ਅੰਗਰੇਜ਼ ਐਡਮਿਨਿਸਟਰ ਦੇ ਦਸਤਕਾਂ ਵਾਲਾ ਇੱਕ ਹੁਕਮ ਮੈਨੂੰ ਮਿਲਿਆ, ਜਿਸ ਵਿੱਚ ਮੈਨੂੰ ਨਾਭੇ ਦੇ ਇਲਾਕੇ ਵਿੱਚ ਦਾਖਲ ਹੋਣ ਦੀ ਮਨਾਹੀ ਕੀਤੀ ਗਈ ਸੀ ਅਤੇ ਜੋ ਦਾਖਲ ਹੋ ਚੁੱਕਾ ਹੋਵਾਂ ਤਾਂ ਇੱਕਦਮ ਚਲੇ ਜਾਣ ਲਈ ਕਿਹਾ ਗਿਆ ਸੀ। ਇਸ ਤਰ੍ਹਾਂ ਦਾ ਹੁਕਮ ਗਿਡਵਾਨੀ ਅਤੇ ਸੰਤਾਨਮ ਨੂੰ ਵੀ ਮਿਲਿਆ, ਪਰ ਉਹਨਾਂ ਦੇ ਨਾਵਾਂ ਬਗੈਰ, ਕਿਉਂਕਿ ਨਾਭੇ ਦੇ ਅਫਸਰਾਂ ਨੂੰ ਸ਼ਾਇਦ ਉਹਨਾਂ ਦੇ ਨਾਵਾਂ ਦਾ ਪਤਾ ਨਹੀਂ ਸੀ। ਮੇਰੇ ਸਾਥੀਆਂ ਅਤੇ ਮੈਂ ਪੁਲਿਸ ਅਫਸਰਾਂ ਨੂੰ ਦੱਸਿਆ ਕਿ ਅਸੀਂ ਜੱਥੇ ਵਿੱਚ ਨਹੀਂ ਸੀ ਬਲਕਿ ਦਰਸ਼ਕ ਸਾਂ ਅਤੇ ਨਾਭੇ ਦੇ ਕਾਨੂੰਨ ਨੂੰ ਤੋੜਨ ਦੀ ਸਾਡੀ ਕੋਈ ਮਰਜ਼ੀ ਨਹੀਂ ਸੀ। ਇਸ ਦੇ ਇਲਾਵਾ ਜਦ ਅਸੀਂ ਨਾਭੇ ਦੀ ਹੱਦ ਵਿੱਚ ਪਹੁੰਚੇ ਹੋਏ ਸਾਂ ਤਾਂ ਸਾਡੇ ਨਾ ਆਉਣ ਦਾ ਸਵਾਲ ਹੀ ਨਹੀਂ ਸੀ ਉੱਠਦਾ ਅਤੇ ਇੱਕਦਮ ਅਸੀਂ ਗਾਇਬ ਵੀ ਨਹੀਂ ਹੋ ਸਕਦੇ। ਜੈਤੋ ਤੋਂ ਅਗਲੀ ਗੱਡੀ ਕਈ ਘੰਟਿਆਂ ਬਾਅਦ ਚੱਲਣੀ ਸੀ। ਇਸ ਵਾਸਤੇ ਅਸੀਂ ਉਸ ਨੂੰ ਦੱਸਿਆ ਕਿ ਉਸ ਵੇਲੇ ਸਾਡੀ ਉੱਥੇ ਰਹਿਣ ਦੀ ਹੀ ਮਰਜ਼ੀ ਸੀ। ਅਸੀਂ ਇੱਕਦਮ ਗ੍ਰਿਫਤਾਰ ਕਰ ਲਏ ਗਏ ਅਤੇ ਹਵਾਲਾਤ ਵਿੱਚ ਭੇਜੇ ਗਏ। ਸਾਡੇ ਹਟਾਏ ਜਾਣ ਪਿੱਛੋਂ ਜੱਥੇ ਨਾਲ ਸੁਧਾਰਨ ਸਲੂਕ ਹੋਇਆ। ਸਾਨੂੰ ਸਾਰਾ ਦਿਨ ਹਵਾਲਾਤ ਵਿੱਚ ਰੱਖਿਆ ਗਿਆ ਅਤੇ ਸ਼ਾਮ ਨੂੰ ਸਾਨੂੰ ਸਟੇਸ਼ਨ ਵੱਲ ਲਿਜਾਇਆ ਗਿਆ। ਸੰਤਾਨਮ ਨੂੰ ਅਤੇ ਮੈਨੂੰ ਇਕੱਠੀ ਹੱਥਕੜੀ ਵੱਜੀ ਹੋਈ ਸੀ। ਉਹਨਾਂ ਦੀ ਖੱਬੀ ਵੀਣੀ ਅਤੇ ਮੇਰੀ ਸੱਜੀ ਅਤੇ ਹੱਥਕੜੀ ਨਾਲ ਇੱਕ ਜੰਜੀਰ ਬੱਧੀ ਹੋਈ ਸੀ। ਸਾਡੇ ਅੱਗੇ ਇੱਕ ਪੁਲਿਸੀਏ ਦੇ ਹੱਥ ਵਿੱਚ ਸੀ। ਗਿਡਵਾਨੀ ਵੀ ਹੱਥਕੜੀ ਦੀ ਜੰਜੀਰ ਨਾਲ ਬੱਧੇ ਪਿੱਛੇ ਆ ਰਹੇ ਸਨ। ਜੈਤੋ ਦੀਆਂ ਗਲੀਆਂ ਵਿੱਚ ਸਾਡੀ ਸਟੋਰ ਨੇ ਮੈਨੂੰ ਆਪ ਮੁਹਾਰੇ ਜੰਜੀਰ ਨਾਲ ਕੁੱਤੇ ਨੂੰ ਤੋੜਨ ਦੀ ਝਾਕੀ ਯਾਦ ਆ ਗਈ। ਸ਼ੁਰੂ ਵਿੱਚ ਸਾਨੂੰ ਕੁਝ ਗੁੱਸਾ ਚੜ੍ਹਿਆ, ਪਰ ਸਾਨੂੰ ਮੌਕੇ ਦਾ ਕੁਝ ਹਾਸਾ ਸੁੱਝ ਪਿਆ। ਇਸ ਤਜਰਬੇ ਦਾ ਸਾਨੂੰ ਬੜਾ ਸਵਾਦ ਆਇਆ। ਪਰ ਅਗਲੀ ਰਾਤ ਮੈਨੂੰ ਬੜੀ ਤਕਲੀਫ ਹੋਈ। ਇਹ ਅੱਧੀ ਤਾਂ ਹੌਲੀ ਚੱਲਦੀ ਗੱਡੀ ਦੇ ਤੂੜੇ ਹੋਏ ਤੀਸਰੇ ਦਰਜੇ ਦੇ ਡੱਬੇ ਵਿੱਚ ਬੀਤੀ ਅਤੇ ਇੱਕ ਜਗ੍ਹਾ ਅਸੀਂ ਬਦਲ ਪਈ ਅਤੇ ਅੱਧੀ ਨਾਭੇ ਦੀ ਹਵਾਲਾਤ ਵਿੱਚ। ਇਸ ਸਾਰੇ ਸਮੇਂ 'ਤੇ ਅਗਲੇ ਦਿਨ ਦੁਪਹਿਰ ਤੱਕ ਜਦ ਅਸੀਂ ਵਾਪਸ ਨਾਭੇ ਜੇਲ੍ਹ ਵਿੱਚ ਦਾਖਲ ਕੀਤੇ ਗਏ, ਭਾਰੀ ਹੱਥਕੜੀਆਂ ਅਤੇ ਜੰਜੀਰਾਂ ਨੇ ਸਾਡਾ ਸਾਥ ਰੱਖਿਆ। ਸਾਡੇ ਦੋਨਾਂ ਵਿੱਚ ਕੋਈ ਵੀ ਦੂਜੇ ਨੂੰ
ਦੂਜੇ ਦੀ ਮਿਲਵਰਤਨ ਬਗੈਰ ਨਹੀਂ ਸੀ ਹਿੱਲ ਸਕਦਾ। ਸਾਰੀ ਰਾਤ ਤੇ ਅੱਧੇ ਦਿਨ ਵਾਸਤੇ ਕਿਸੇ ਹੋਰ ਨਾਲ ਹੱਥਕੜੀ ਲਗਵਾਉਣ ਦੇ ਤਜਰਬੇ ਮੈਂ ਹੁਣ ਦੁਹਰਾਉਣਾ ਪਸੰਦ ਨਹੀਂ ਕਰਦਾ। ਨਾਭਾ ਜੇਲ੍ਹ ਵਿੱਚ ਅਸੀਂ ਤਿੰਨੇ ਬੜੀ ਭੈੜੀ ਅਤੇ ਮੰਦੀ ਕੋਠੜੀ ਵਿੱਚ ਰੱਖੇ ਗਏ। ਇਹ ਥਾਂ ਬੜੀ ਛੋਟੀ ਤੇ ਸਿੱਲੂ ਵਾਲੀ ਸੀ ਤੇ ਛੱਤ ਨੀਵੀਂ ਸੀ ਜਿਸ ਨੂੰ ਅਸੀਂ ਹੱਥ ਲਗਾ ਸਕਦੇ ਸਾਂ। ਰਾਤ ਨੂੰ ਅਸੀਂ ਫਰਸ਼ ਉੱਤੇ ਸੁੱਤੇ। ਕਈ ਵਾਰੀ ਮੈਂ ਡਰ ਕੇ ਤੜਪ ਕੇ ਬੈਠਾ ਤੇ ਦੇਖਿਆ ਇੱਕ ਚੂਹਾ ਮੇਰੇ ਮੂੰਹ ਉੱਤੋਂ ਲੰਘ ਗਿਆ ਹੈ। 2 ਜਾਂ 3 ਦਿਨ ਬਾਅਦ ਅਸੀਂ ਮੁਕੱਦਮੇ ਵਾਸਤੇ ਕਚਹਿਰੀ ਵਿੱਚ ਲਿਜਾਏ ਗਏ। ਉੱਥੇ ਹਰ ਰੋਜ਼ ਬੜੀ ਅਸਧਾਰਨ ਤੇ ਤਮਾਸ਼ੇ ਦੀ ਕਾਰਵਾਈ ਹੁੰਦੀ ਰਹੀ। ਮੈਜਿਸਟਰੇਟ ਜਾਂ ਜੱਜ ਬਿਲਕੁਲ ਅਣਜਾਣ ਜਾਪਦਾ ਸੀ। ਉਸਨੂੰ ਅੰਗਰੇਜ਼ੀ ਤਾਂ ਆਉਂਦੀ ਨਹੀਂ ਸੀ ਤੇ ਮੈਨੂੰ ਸ਼ੱਕ ਹੈ ਕਿ ਉਸਨੂੰ ਅਦਾਲਤੀ ਬੋਲੀ ਉਰਦੂ ਵੀ ਲਿਖਣੀ ਆਉਂਦੀ ਸੀ ਕਿ ਨਹੀਂ। ਅਸੀਂ ਉਸਨੂੰ ਹਫ਼ਤਾ ਭਰ ਵੇਖਦੇ ਰਹੇ ਤੇ ਇਸੇ ਸਮੇਂ ਵਿੱਚ ਉਸਨੇ ਇੱਕ ਸਤਰ ਵੀ ਨਾ ਲਿਖੀ। ਅਗਰ ਉਸਨੇ ਕੁਝ ਲਿਖਣਾ ਹੁੰਦਾ ਸੀ ਤਾਂ ਕਚਹਿਰੀ ਦੇ ਅਹਿਲਮਤ ਕੋਲੋਂ ਲਿਖਵਾ ਲੈਂਦਾ ਸੀ। ਅਸੀਂ ਕਈ ਛੋਟੀਆਂ ਅਰਜ਼ੀਆਂ ਦਿੱਤੀਆਂ। ਉਸ ਵੇਲੇ ਉਹ ਉਹਨਾਂ ਨੂੰ ਉੱਤੇ ਕੋਈ ਹੁਕਮ ਨਹੀਂ ਸੀ ਲਿਖਦਾ। ਉਹ ਉਹਨਾਂ ਨੂੰ ਰੱਖ ਲੈਂਦਾ ਸੀ ਤੇ ਅਗਲੇ ਦਿਨ ਉਹਨਾਂ ਉੱਤੇ ਕਿਸੇ ਹੋਰ ਦੇ ਲਿਖੇ ਹੁਕਮ ਸਮੇਤ ਲੈ ਆਉਂਦਾ ਸੀ। ਅਸੀਂ ਬਾਜ਼ਾਬਤਾ ਆਪਣੀ ਸਫਾਈ ਨਹੀਂ ਸੀ ਪੇਸ਼ ਕੀਤੀ। ਨਾ ਮਿਲਵਰਤਨ ਦੇ ਅੰਦੋਲਨ ਵਿੱਚ ਕਚਹਿਰੀਆਂ ਵਿੱਚ ਸਫਾਈਆਂ ਨਾ ਪੇਸ਼ ਕਰਨ ਦੇ ਇਤਨੇ ਆਦੀ ਹੋ ਗਏ ਸਾਂ ਕਿ ਜਿਸ ਵੇਲੇ ਸਫਾਈ ਪੇਸ਼ ਕਰਨ ਦੀ ਆਗਿਆ ਵੀ ਹੋਵੇ ਉਸ ਵੇਲੇ ਵੀ ਇਹ ਖਿਆਲ ਬੁਰਾ ਲੱਗਦਾ ਸੀ। ਮੈਂ ਕਚਹਿਰੀ 'ਚ ਇੱਕ ਲੰਬਾ ਬਿਆਨ ਦਿੱਤਾ ਜਿਸ ਵਿੱਚ ਸਾਰੇ ਵਾਕਿਆਤ ਦੱਸੇ। ਨਾਭੇ ਦੇ ਤਰੀਕਿਆਂ ਬਾਬਤ, ਖਾਸ ਕਰ ਅੰਗਰੇਜ਼ ਐਡਮਿਨਿਸਟ੍ਰੇਟ ਹੇਠਾਂ ਜੋ ਕੁਝ ਹੋ ਰਿਹਾ ਸੀ ਉਸ ਬਾਰੇ ਆਪਣੀ ਰਾਏ ਦੱਸੀ। ਸਾਡਾ ਮੁਕੱਦਮਾ ਭਾਵੇਂ ਬਿਲਕੁਲ ਸਾਦਾ ਮਾਮਲਾ ਸੀ, ਦਿਨੋਂ ਦਿਨ ਲੰਘਦਾ ਗਿਆ ਤੇ ਅਚਾਨਕ ਇੱਕ ਨਵੀਂ ਗੱਲ ਸ਼ੁਰੂ ਹੋ ਗਈ। ਇੱਕ ਸ਼ਾਮ ਕਚਹਿਰੀ ਬਰਖਾਸਤ ਹੋਣ ਤੋਂ ਪਹਿਲਾਂ ਸਾਨੂੰ ਉਸੇ ਇਮਾਰਤ 'ਚ ਉਡੀਕਵਾਇਆ ਗਿਆ ਤੇ ਸ਼ਾਮ ਨੂੰ ਬੜੀ ਦੇਰ ਪਿੱਛੋਂ 7 ਵਜੇ ਦੇ ਕਰੀਬ ਸਾਨੂੰ ਇੱਕ ਹੋਰ ਕਮਰੇ ਵਿੱਚ ਲਿਜਾਇਆ ਗਿਆ ਜਿੱਥੇ ਮੇਜ਼ ਸਾਹਮਣੇ ਇੱਕ ਆਦਮੀ ਬੈਠਾ ਹੋਇਆ ਸੀ ਤੇ ਅੱਗੇ ਪਿੱਛੇ ਹੋਰ ਲੋਕ ਖੜ੍ਹੇ ਸਨ। ਇਹ ਆਦਮੀ ਸਾਡਾ ਪੁਰਾਣਾ ਬੇਲੀ ਪੁਲਿਸ ਅਫਸਰ ਸੀ ਜਿਸ ਨੇ ਸਾਨੂੰ ਜੈਤੋ ਵਿੱਚ ਗ੍ਰਿਫਤਾਰ ਕੀਤਾ ਸੀ। ਉਸਨੇ ਖੜ੍ਹੇ ਹੋ ਕੇ ਬਿਆਨ ਦੇਣਾ ਸ਼ੁਰੂ ਕੀਤਾ। ਮੈਂ ਪੁੱਛਿਆ ਕਿ ਅਸੀਂ ਕਿੱਥੇ ਸਾਂ ਤੇ ਕੀ ਹੋ ਰਿਹਾ ਸੀ। ਮੈਨੂੰ ਦੱਸਿਆ ਗਿਆ ਕਿ ਉਹ ਕਚਹਿਰੀ 'ਚ ਸੀ ਤੇ ਸਾਡੇ ਉੱਤੇ ਸਾਜ਼ਿਸ਼ ਦਾ ਮੁਕੱਦਮਾ ਚਲਾਇਆ ਜਾ ਰਿਹਾ ਸੀ। ਕਾਰਵਾਈ ਪਹਿਲੇ ਕੋਲੋਂ ਜਿਸ ਵਿੱਚ ਅਸੀਂ ਜਾਂਦੇ ਰਹੇ ਸਾਂ ਤੇ ਜਿਹੜੀ ਨਾਭੇ ਵਿੱਚ ਨਾ ਦਾਖਲ ਹੋਣ ਦਾ ਹੁਕਮ ਤੋੜਨ ਕਰਕੇ ਸੀ, ਬਿਲਕੁਲ ਵੱਖਰੀ ਸੀ। ਜ਼ਾਹਰਨ ਇਹ ਸੋਚਿਆ ਗਿਆ ਕਿ ਇਸ ਜੁਰਮ ਦੀ ਵੱਧ ਤੋਂ ਵੱਧ ਸਜ਼ਾ 6 ਮਹੀਨੇ ਹੋਣ ਕਰਕੇ ਸਾਡੇ ਵਾਸਤੇ ਕਾਫੀ ਨਹੀਂ ਸੀ। ਇਸ ਕਰਕੇ ਇੱਕ ਵਧੇਰੇ ਸਖਤ ਇਲਜ਼ਾਮ ਚਾਹੀਦਾ ਸੀ। 3 ਆਦਮੀ ਸਾਜ਼ਿਸ਼ ਲਈ ਕਾਫੀ ਨਹੀਂ ਸਨ। ਇਸ ਕਰਕੇ ਚੌਥਾ ਆਦਮੀ, ਜਿਸ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ ਸੀ, ਗ੍ਰਿਫਤਾਰ ਕੀਤਾ ਗਿਆ ਤੇ ਸਾਡੇ ਨਾਲ ਮੁਕੱਦਮੇ ਵਿੱਚ ਸ਼ਾਮਲ ਕੀਤਾ ਗਿਆ। ਇਸ ਵਿਚਾਰੇ ਆਦਮੀ ਇੱਕ ਸਿੱਖ ਨੂੰ ਅਸੀਂ ਸਿਰਫ ਜੈਤੋ ਆਉਂਦੇ ਖੇਤਾਂ ਵਿੱਚ ਦੇਖਿਆ ਸੀ। ਇਹ ਸਨ ਸਰਦਾਰ ਦਰਬਾਰਾ ਸਿੰਘ ਮੰਨਣ, ਜ਼ਿਲ੍ਹਾ ਫਿਰੋਜ਼ਪੁਰ। ਮੇਰੀ ਵਕਾਲਤੀ ਸਮਝੇ ਦੇਖ ਕੇ ਦੰਗ ਰਹਿ ਗਈ ਸੀ ਕਿ ਇਹ ਸਾਜ਼ਿਸ਼ ਦਾ ਮੁਕੱਦਮਾ ਕਿਸ ਲਾਪਰਵਾਹੀ ਨਾਲ ਚਲਾ ਦਿੱਤਾ ਗਿਆ ਸੀ। ਮੁਕੱਦਮਾ ਬਿਲਕੁਲ ਝੂਠਾ ਸੀ, ਪਰ ਸਰਾਫਤ ਇਹ ਮੰਗ ਕਰਦੀ ਸੀ ਕਿ ਕੁਝ ਜ਼ਾਬਤੇ ਦੀ ਪਾਬੰਦੀ ਕੀਤੀ ਜਾਵੇ। ਮੈਂ ਜੱਜ ਨੂੰ ਕਿਹਾ ਕਿ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ ਸੀ। ਸ਼ਾਇਦ ਅਸਾਂ ਆਪਣੀ ਸਫਾਈ ਪੇਸ਼ ਕਰਨ ਦਾ ਕੋਈ ਇੰਤਜ਼ਾਮ ਕਰਨਾ ਹੁੰਦਾ। ਇਸ ਦੀ ਉਸ ਨੂੰ ਕੋਈ ਪਰਵਾਹ ਨਹੀਂ ਸੀ। ਉਹ ਨਾਭੇ ਦਾ ਤਰੀਕਾ ਹੀ ਸੀ। ਜੋ ਸਾਨੂੰ ਸਫਾਈ ਪੇਸ਼ ਕਰਨ ਦੀ ਜ਼ਰੂਰਤ ਹੋਵੇ ਤਾਂ ਅਸੀਂ ਨਾਭੇ ਦੇ ਹੀ ਕਿਸੇ ਵਕੀਲ ਨੂੰ ਚੁਣ ਸਕਦੇ ਹਾਂ। ਜਦ ਮੈਂ ਕਿਹਾ ਕਿ ਕੋਈ ਬਾਹਰੋਂ ਵੀ ਵਕੀਲ ਮੰਗਵਾ ਲਈਏ ਤਾਂ ਮੈਨੂੰ ਦੱਸਿਆ ਗਿਆ ਕਿ ਇਸ ਦੀ ਨਾਭੇ ਦੇ ਕਾਨੂੰਨਾਂ ਵਿੱਚ ਇਜਾਜ਼ਤ ਨਹੀਂ। ਇਸ ਤੋਂ ਇਲਾਵਾ ਸਾਨੂੰ ਨਾਭੇ ਦੇ ਜ਼ਾਬਤੇ ਦੀਆਂ ਕਈ ਵਿਸ਼ੇਸ਼ ਗੱਲਾਂ ਪਤਾ ਲੱਗੀਆਂ। ਕੁਝ ਤੰਗ ਪੈ ਕੇ ਅਸਾਂ ਜੱਜ ਨੂੰ ਕਿਹਾ ਕਿ ਉਹ ਜੋ ਮਰਜ਼ੀ ਕਰੀ ਜਾਵੇ, ਪਰ ਜਿੱਥੋਂ ਤੱਕ ਸਾਡਾ ਤਾਲੁਕ ਹੈ ਅਸੀਂ ਕਾਰਵਾਈ ਵਿੱਚ ਕੋਈ ਹਿੱਸਾ ਨਹੀਂ ਲਵਾਂਗੇ। ਮੈਂ ਇਸ ਇਰਾਦੇ ਉੱਪਰ ਬਿਲਕੁਲ ਪੱਕਾ ਨਾ ਰਿਹਾ। ਆਪਣੀ ਬਾਬਤ ਬਿਲਕੁਲ ਸਫੈਦ ਝੂਠ ਸੁਣ ਕੇ ਚੁੱਪ ਰਹਿਣਾ ਮੁਸ਼ਕਿਲ ਹੈ। ਇਸ ਵਾਸਤੇ ਅਸੀਂ ਕਦੀ ਗਵਾਹਾਂ ਦੀ ਬਾਬਤ
ਆਪਣੀ ਥੋੜ੍ਹੀ ਪਰ ਢੁਕਵੀਂ ਰਾਏ ਦੇ ਦਿੰਦੇ ਸਾਂ। ਅਸੀਂ ਕਚਹਿਰੀ ਵਿੱਚ ਲਿਖਤੀ ਬਿਆਨ ਵੀ ਦਿੱਤਾ। ਇਹ ਦੂਸਰਾ ਜੱਜ, ਜਿਸ ਨੇ ਸਾਜ਼ਿਸ਼ ਦਾ ਮੁਕੱਦਮਾ ਸੁਣਿਆ, ਪਹਿਲੇ ਤੋਂ ਵਧੇਰਾ ਪੜ੍ਹਿਆ ਹੋਇਆ ਅਤੇ ਸਿਆਣਾ ਸੀ। ਦੋਨੇ ਮੁਕੱਦਮੇ ਚੱਲਦੇ ਗਏ। ਅਸੀਂ ਰੋਜ਼ਾਨਾ ਕਚਹਿਰੀਆਂ ਵਿੱਚ ਜਾਣ ਦੀ ਇੰਤਜ਼ਾਰ ਵਿੱਚ ਹੀ ਰਹਿੰਦੇ ਸਾਂ, ਕਿਉਂਕਿ ਇਸ ਨਾਲ ਜੇਲ੍ਹ ਦੀ ਗੰਦੀ ਕੋਠੜੀ ਤੇ ਥੋੜ੍ਹੀ ਦੇਰ ਲਈ ਛੁਟਕਾਰਾ ਮਿਲ ਜਾਂਦਾ ਸੀ। ਇਤਨੇ ਵਿੱਚ ਐਡਮਿਨਿਸਟ੍ਰੇਟਰ ਨੇ ਵੱਲੋਂ ਜੇਲ੍ਹ ਦੇ ਸੁਪਰਡੈਂਟ ਨੂੰ ਸਾਨੂੰ ਕਿਹਾ ਕਿ ਜੇ ਅਸੀਂ ਮਾਫ਼ੀ ਮੰਗ ਲਈਏ ਤਾਂ ਨਾਭੇ ਤੋਂ ਚਲੇ ਜਾਣ ਦਾ ਇਕਰਾਰ ਕਰੀਏ ਤਾਂ ਸਾਡੇ ਖਿਲਾਫ ਮੁਕੱਦਮੇ ਹਟਾ ਲਏ ਜਾਣਗੇ। ਅਸੀਂ ਜਵਾਬ ਦਿੱਤਾ ਕਿ ਸਾਡੇ ਵਾਸਤੇ ਮੁਆਫ਼ੀ ਮੰਗਣ ਦੀ ਕੋਈ ਗੱਲ ਨਹੀਂ, ਬਲਕਿ ਐਡਮਿਨਿਸਟ੍ਰੇਟਰ ਨੂੰ ਸਾਡੇ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਅਸੀਂ ਕਿਸੇ ਕਿਸਮ ਦਾ ਵੀ ਇਕਰਾਰ ਕਰਨ ਨੂੰ ਤਿਆਰ ਨਹੀਂ ਸੀ। ਆਖਰ ਸਾਡੀ ਗ੍ਰਿਫਤਾਰੀ ਦੇ ਤਕਰੀਬਨ 2 ਹਫ਼ਤੇ ਬਾਅਦ ਦੋਨੇ ਮੁਕੱਦਮੇ ਖਤਮ ਹੋ ਗਏ। ਇਹ ਸਾਰਾ ਵਕਤ ਇਸ ਤਗਾਸੇ ਵਿੱਚ ਹੀ ਲੱਗਾ, ਕਿਉਂਕਿ ਅਸੀਂ ਆਪਣੀ ਸਫਾਈ ਪੇਸ਼ ਹੀ ਨਹੀਂ ਸੀ ਕੀਤੀ। ਬਹੁਤਾ ਵਕਤ ਲੰਬੀਆਂ ਇੰਤਜ਼ਾਰਾਂ ਵਿੱਚ ਲੰਘ ਗਿਆ। ਹਰ ਇੱਕ ਨਿੱਕੀ ਗੱਲ ਨੂੰ ਵਾਸਤੇ ਮੁਕੱਦਮਾ ਮੁਲਤਵੀ ਕੀਤਾ ਜਾਂਦਾ ਸੀ ਅਤੇ ਮਾਮਲਾ ਕਿਸੇ ਉਚੇਚੇ ਅਫਸਰ, ਸ਼ਾਇਦ ਅੰਗਰੇਜ਼ ਐਡਮਿਨਿਸਟ੍ਰੇਟਰ ਨਾਲ ਪਾਸ ਪੇਸ਼ ਕੀਤਾ ਜਾਂਦਾ ਸੀ। ਅਖੀਰਲੇ ਦਿਨ ਜਦ ਇਸਤਗਾਸਾ ਖਤਮ ਹੋਇਆ ਤਾਂ ਅਸਾਂ ਆਪਣਾ ਲਿਖਤੀ ਬਿਆਨ ਪੇਸ਼ ਕੀਤਾ। ਪਹਿਲੀ ਕਚਹਿਰੀ ਮੁਲਤਵੀ ਹੋ ਗਈ, ਪਰ ਅਸੀਂ ਹੈਰਾਨ ਰਹਿ ਗਏ ਕਿ ਜੱਜ ਥੋੜ੍ਹੀ ਦੇਰ ਬਾਅਦ ਉਰਦੂ ਵਿੱਚ ਲਿਖਿਆ ਹੋਇਆ ਬੜਾ ਲੰਬਾ ਫੈਸਲਾ ਲੈ ਕੇ ਆ ਗਿਆ। ਯਾਰਨ ਇਹ ਲੰਬਾ ਫੈਸਲਾ ਇਸ ਵਕਤ ਵਿੱਚ ਨਹੀਂ ਸੀ ਲਿਖਿਆ ਜਾ ਸਕਦਾ। ਇਹ ਸਾਡੇ ਬਿਆਨਾਂ ਤੋਂ ਪਹਿਲੇ ਤਿਆਰ ਹੋ ਚੁੱਕਾ ਸੀ। ਫੈਸਲਾ ਸਾਨੂੰ ਪੜ੍ਹ ਕੇ ਨਹੀਂ ਸੁਣਾਇਆ ਗਿਆ, ਸਿਰਫ ਇਹ ਦੱਸਿਆ ਗਿਆ ਕਿ ਨਾਭੇ ਵਿੱਚੋਂ ਨਿਕਲ ਜਾਣ ਦਾ ਹੁਕਮ ਤੋੜਨ ਵਾਸਤੇ ਸਾਨੂੰ ਪੂਰੀ 6 ਮਹੀਨੇ ਦੀ ਸਜ਼ਾ ਦਿੱਤੀ ਗਈ ਹੈ। ਸਾਜ਼ਿਸ਼ ਦੇ ਮੁਕੱਦਮੇ ਵਿੱਚ ਸਾਨੂੰ ਉਸੇ ਦਿਨ 18 ਮਹੀਨੇ ਜਾਂ 2 ਸਾਲ ਦੀ, ਮੈਨੂੰ ਯਾਦ ਨਹੀਂ ਕਿਹੜੀ ਸਜ਼ਾ ਮਿਲੀ। ਇਹ 6 ਮਹੀਨੇ ਦੀ ਸਜ਼ਾ ਦੇ ਇਲਾਵਾ ਸੀ, ਸੋ ਸਾਰੀ ਸਾਨੂੰ 2 ਜਾਂ 2.5 ਸਾਲ ਦੀ ਸਜ਼ਾ ਮਿਲੀ। ਸਾਡੇ ਮੁਕੱਦਮੇ ਦੇ ਦੌਰਾਨ ਵਿੱਚ ਕਈ ਧਿਆਨਯੋਗ ਘਟਨਾਵਾਂ ਹੋਈਆਂ, ਜਿਸ ਨਾਲ ਹਿੰਦੁਸਤਾਨੀ ਰਿਆਸਤੀ ਹਕੂਮਤ ਜਾਂ ਅਸਲ ਵਿੱਚ ਹਿੰਦੁਸਤਾਨੀ ਰਿਆਸਤ ਦੀ ਅੰਗਰੇਜ਼ੀ ਹਕੂਮਤ ਦੀਆਂ ਅਸਲੀਅਤਾਂ ਦਾ ਪਤਾ ਲੱਗਦਾ ਹੈ। ਸਾਰੀ ਕਾਰਵਾਈ ਇੱਕ ਮਖੌਲ ਸੀ, ਮਜ਼ਾਕ ਸੀ। ਇਸ ਵਾਸਤੇ ਮੇਰੇ ਖਿਆਲ ਵਿੱਚ ਕਿਸੇ ਅਖਬਾਰ ਵਾਲੇ ਜਾਂ ਬਾਹਰਲੇ ਆਦਮੀ ਨੂੰ ਕਚਹਿਰੀ ਵਿੱਚ ਆਉਣ ਦੀ ਇਜਾਜ਼ਤ ਨਹੀਂ ਸੀ। ਪੁਲਿਸ ਦੀ ਜੋ ਮਰਜ਼ੀ ਆਉਂਦੀ ਸੀ, ਕਰਦੀ ਸੀ ਅਤੇ ਅਕਸਰ ਜੱਜ ਜਾਂ ਮੈਜਿਸਟ੍ਰੇਟ ਦੀ ਵੀ ਪਰਵਾਹ ਨਹੀਂ ਸੀ ਕਰਦੀ ਅਤੇ ਉਸਦੇ ਹੁਕਮ ਨੂੰ ਵੀ ਨਹੀਂ ਸੀ ਮੰਨਦੀ। ਵਿਚਾਰਾ ਮੈਜਿਸਟ੍ਰੇਟ ਆਰਜ਼ੀ ਨਾਲ ਇਹ ਸਭ ਕੁਝ ਬਰਦਾਸ਼ਤ ਕਰਦਾ ਸੀ, ਪਰ ਸਾਨੂੰ ਕੋਈ ਵਜ੍ਹਾ ਨਜ਼ਰ ਨਹੀਂ ਸੀ ਆਉਂਦੀ ਕਿ ਅਸੀਂ ਕਿਉਂ ਇਸ ਤਰ੍ਹਾਂ ਕਰੀਏ। ਇਸ ਵਾਸਤੇ ਮੈਨੂੰ ਕਈ ਵਾਰ ਖੜ੍ਹੇ ਹੋ ਕੇ ਪੁਲਿਸ ਦੇ ਭੈੜੇ ਸਲੂਕ ਅਤੇ ਮੈਜਿਸਟ੍ਰੇਟ ਦਾ ਹੁਕਮ ਮੰਨਣ ਉੱਤੇ ਜ਼ੋਰ ਦੇਣਾ ਪਿਆ। ਕਈ ਵਾਰੀ ਪੁਲਿਸ ਬੜੇ ਗੁਸਤਾਖ ਤਰੀਕੇ ਨਾਲ ਹੱਥਾਂ 'ਚੋਂ ਕਾਗਜ਼ ਖੋਹ ਲੈਂਦੀ, ਕਿਉਂਕਿ ਮੈਜਿਸਟ੍ਰੇਟ ਆਪਣੀ ਕਚਹਿਰੀ ਉੱਤੇ ਕਾਬੂ ਨਹੀਂ ਸੀ ਪਾ ਸਕਦਾ। ਉਸਦਾ ਕੁਝ ਕੰਮ ਸਾਨੂੰ ਕਰਨਾ ਪੈਂਦਾ ਸੀ। ਵਿਚਾਰਾ ਮੈਜਿਸਟ੍ਰੇਟ ਬੜੀ ਅਫਸੋਸਨਾਕ ਹਾਲਤ ਵਿੱਚ ਸੀ। ਉਹ ਪੁਲਿਸ ਤੋਂ ਵੀ ਡਰਦਾ ਸੀ ਅਤੇ ਸਾਡੇ ਤੋਂ ਵੀ, ਅਤੇ ਕੁਝ ਡਰਦਾ ਮਾਲੂਮ ਦਿੰਦਾ ਸੀ, ਕਿਉਂਕਿ ਸਾਡੀ ਗ੍ਰਿਫਤਾਰੀ ਅਖਬਾਰਾਂ ਵਿੱਚ ਨਿਕਲ ਚੁੱਕੀ ਸੀ। ਜਦ ਸਾਡੇ ਵਰਗੇ ਮਸ਼ਹੂਰ ਨੀਤੀਵਾਨਾਂ ਦਾ ਇਹ ਹਾਲ ਸੀ ਤਾਂ ਮੈਂ ਹੈਰਾਨ ਹੁੰਦਾ ਸਾਂ ਕਿ ਬਾਕੀ ਘੱਟ ਮਸ਼ਹੂਰ ਲੋਕਾਂ ਦੀ ਕੀ ਹਾਲਤ ਹੁੰਦੀ ਹੋਵੇਗੀ। ਮੇਰੇ ਪਿਤਾ ਜੀ ਨੂੰ ਹਿੰਦੁਸਤਾਨੀ ਰਿਆਸਤਾਂ ਦਾ ਕੁਝ ਪਤਾ ਸੀ, ਇਸ ਵਾਸਤੇ ਉਹ ਮੇਰੀ ਨਾਭੇ ਵਿੱਚ ਗ੍ਰਿਫਤਾਰੀ ਤੋਂ ਬੜੇ ਘਬਰਾਏ। ਉਹਨਾਂ ਨੂੰ ਮੇਰੀ ਗ੍ਰਿਫਤਾਰੀ ਦਾ ਹੀ ਪਤਾ ਸੀ, ਹੋਰ ਕੋਈ ਖਬਰ ਘੱਟ ਹੀ ਬਾਹਰ ਨਿਕਲ ਸਕਦੀ ਸੀ। ਇਸ ਦੁੱਖ ਵਿੱਚ ਉਹਨਾਂ ਵਾਇਸਰਾਏ ਨੂੰ ਵੀ ਮੇਰੀ ਵਾਪਸ ਤਾਰ ਭੇਜੀ। ਉਹਨਾਂ ਨੇ ਮੈਨੂੰ ਨਾਭੇ ਵਿੱਚ ਮਿਲਣ ਦੇ ਰਸਤੇ ਵਿੱਚ ਵੀ ਕਈ ਮੁਸ਼ਕਲਾਂ ਪਾਈਆਂ ਗਈਆਂ, ਪਰ ਆਖਿਰਕਾਰ ਉਹਨਾਂ ਨੂੰ ਇਲਾਹਾਬਾਦ ਵਾਪਸ ਚਲੇ ਜਾਣ 'ਤੇ ਮੇਰਾ ਫਿਕਰ ਨਾ ਕਰਨ ਦੀ ਬੇਨਤੀ ਕੀਤੀ। ਉਹ ਚਲੇ ਗਏ,
ਪਰ ਸਾਡੇ ਇੱਕ ਜਵਾਨ ਵਕੀਲ ਸਾਥੀ ਕਪਿਲ ਦੇਵ ਮਲੀਵਾ ਨੂੰ ਨਾਭੇ ਦੀ ਕਾਰਵਾਈ ਦੇਖਣ ਵਾਸਤੇ ਛੱਡ ਗਏ। ਕਪਿਲ ਦੇਵ ਦੀ ਕਾਨੂੰਨ ਤੇ ਜ਼ਾਬਤੇ ਦੀ ਸਮਝ ਨਾਭੇ ਦੀਆਂ ਕਚਹਿਰੀਆਂ ਦੇ ਥੋੜ੍ਹੇ ਜਿਹੇ ਤਜਰਬੇ ਨਾਲ ਕਾਫੀ ਵੱਧ ਗਈ ਹੋਵੇਗੀ। ਪੁਲਿਸ ਨੇ ਉਹਨਾਂ ਤੋਂ ਖੁੱਲ੍ਹੀ ਕਚਹਿਰੀ ਵਿੱਚ ਕਾਗਜ਼ਾਤ ਖੋਹਣ ਦੀ ਕੋਸ਼ਿਸ਼ ਵੀ ਕੀਤੀ। ਅਕਸਰ ਹਿੰਦੁਸਤਾਨੀ ਰਿਆਸਤਾਂ ਆਪਣੀ ਪਛਾਣ ਖਿੱਚੂ ਤੇ ਅੱਧ ਜਗੀਰਦਾਰੀ ਹਾਲਤ ਕਰਕੇ ਮਸ਼ਹੂਰ ਸਨ। ਉਹ ਇੱਕ ਪੁਰਖੀ ਰਾਜ ਹਨ ਜਿਨ੍ਹਾਂ ਵਿੱਚ ਲਿਆਕਤ ਤੇ ਦਇਆ ਬਿਲਕੁਲ ਨਹੀਂ। ਉੱਥੇ ਕਈ ਅਜੀਬ ਗੱਲਾਂ ਵਾਪਰਦੀਆਂ ਹਨ ਜਿਹੜੀਆਂ ਪਤਾ ਹੀ ਨਹੀਂ ਲੱਗਦੀਆਂ ਤੇ ਉਹਨਾਂ ਦੀ ਨਾ ਵਾਕਫੀਅਤ ਵੀ ਕਈ ਤਰ੍ਹਾਂ ਵਿਪਤਾ ਨੂੰ ਘਟਾਉਂਦੀ ਤੇ ਵਿਚਾਰੇ ਲੋਕਾਂ ਦੇ ਭਾਰ ਨੂੰ ਹਲਕਾ ਕਰਦੀ ਹੈ, ਕਿਉਂਕਿ ਇਸ ਦਾ ਚੱਕਰ ਤੇ ਅਸਰ ਘਟ ਜਾਂਦਾ ਹੈ। ਇੱਕ ਹਿੰਦੁਸਤਾਨੀ ਰਿਆਸਤਾਂ ਉੱਤੇ ਅੰਗਰੇਜ਼ੀ ਕਬਜ਼ਾ ਹੋ ਜਾਣ ਨਾਲ ਹਾਲਤ ਬਦਲ ਜਾਂਦੀ ਹੈ। ਅੱਧ ਜਗੀਰਦਾਰੀ ਹਾਲਤ ਕਾਇਮ ਰਹਿੰਦੀ ਹੈ। ਨਿਰੰਕੁਸ਼ ਰਾਜ ਪ੍ਰਚਲਿਤ ਰਹਿੰਦਾ ਹੈ। ਪੁਰਾਣੇ ਕਾਨੂੰਨ ਤੇ ਜ਼ਾਬਤੇ ਉਸੇ ਤਰ੍ਹਾਂ ਕੰਮ ਕਰਦੇ ਸਮਝੇ ਜਾਂਦੇ ਹਨ। ਜਾਤੀ ਮੇਲ ਜੋਲ ਤੇ ਰਾਏ ਪ੍ਰਗਟ ਕਰਨ ਦੀਆਂ ਪੁਰਾਣੀਆਂ ਬੰਦਸ਼ਾਂ ਜਿਹੜੀਆਂ ਸਰਬ ਵਿਆਪੀ ਹੁੰਦੀਆਂ ਹਨ ਜਾਰੀ ਰਹਿੰਦੀਆਂ ਹਨ, ਪਰ ਇੱਕੋ ਤਬਦੀਲੀ ਕੀਤੀ ਜਾਂਦੀ ਹੈ ਕਿ ਜਿਸ ਨਾਲ ਸਾਰਾ ਅਸਰਾ ਬਦਲ ਜਾਂਦਾ ਹੈ, ਅਮਲਾ ਤਕੜਾ ਹੋ ਜਾਂਦਾ ਹੈ ਤੇ ਕੁਝ ਕਾਬਲੀਅਤ ਪੈਦਾ ਹੋ ਜਾਂਦੀ ਹੈ ਤੇ ਇਸ ਨਾਲ ਸਭ ਜਗੀਰਦਾਰੀ ਤੇ ਨਿਰੰਕੁਸ਼ ਬੰਧਨ ਪੱਕੇ ਹੋ ਜਾਂਦੇ ਹਨ। ਕੁਝ ਦੇਰ ਪਿੱਛੋਂ ਅੰਗਰੇਜ਼ੀ ਇੰਤਜ਼ਾਮ ਕੁਝ ਦਕਿਆਨੁਸ਼ੀ ਰਿਵਾਜ ਤੇ ਤਰੀਕੇ ਜ਼ਰੂਰ ਬਦਲ ਦਿੰਦੀ ਹੈ, ਕਿਉਂਕਿ ਉਹ ਮਜ਼ਬੂਤ ਸਰਕਾਰ ਤੇ ਤਜਾਰਤੀ ਪ੍ਰਵੇਸ਼ ਦੇ ਰਸਤੇ ਵਿੱਚ ਆਉਂਦੇ ਹਨ। ਪਰ ਸ਼ੁਰੂ ਵਿੱਚ ਉਹ ਉਹਨਾਂ ਦੀ ਪੂਰੀ ਮਦਦ ਲੈਂਦੇ ਤੇ ਲੋਕਾਂ ਉੱਤੇ ਕਾਬੂ ਪਾਉਂਦੇ ਹਨ, ਜਿਨ੍ਹਾਂ ਨੂੰ ਹੁਣ ਸਿਰਫ ਜਗੀਰਦਾਰੀ ਤੇ ਨਿਰੰਕੁਸ਼ ਰਾਜ ਹੀ ਬਰਦਾਸ਼ਤ ਕਰਨਾ ਨਹੀਂ ਪੈਂਦਾ, ਪਰ ਇਹਨਾਂ ਦੀ ਤਕੜੇ ਅਮਲੇ ਦੀ ਸਖਤ ਪਾਬੰਦੀ ਨੂੰ ਵੀ ਸਹਿਣਾ ਪੈਂਦਾ ਹੈ। ਨਾਭੇ ਵਿੱਚ ਮੈਂ ਇਸ ਕਿਸਮ ਦੀ ਹਾਲਤ ਵੇਖੀ। ਰਿਆਸਤ ਵਿੱਚ ਇੱਕ ICS ਅੰਗਰੇਜ਼ ਐਡਮਿਨਿਸਟਰ ਦੇ ਹੇਠਾਂ ਸੀ, ਜਿਸ ਨੂੰ ਨਿਰੰਕੁਸ਼ ਰਾਜ ਦੇ ਪੂਰੇ ਇਖਤਿਆਰ ਸਨ ਤੇ ਜੋ ਸਿਰਫ ਹਿੰਦੁਸਤਾਨੀ ਸਰਕਾਰ ਦੇ ਅਧੀਨ ਸੀ। ਪਰ ਤਾਂ ਵੀ ਆਮ ਮਾਮੂਲੀ ਹੱਕਾਂ ਤੋਂ ਵਾਂਝਾ ਰੱਖਣ ਵਾਸਤੇ ਸਾਨੂੰ ਨਾਭੇ ਦੇ ਕਾਨੂੰਨਾਂ ਤੇ ਜ਼ਾਬਤੇ ਦਾ ਹਵਾਲਾ ਦਿੱਤਾ ਜਾਂਦਾ ਸੀ। ਸਾਨੂੰ ਜਗੀਰਦਾਰੀ ਤੇ ਨਵੀਨ ਨੌਕਰਸ਼ਾਹੀ ਮਸ਼ੀਨ ਦੇ ਜੋੜ ਦਾ ਮੁਕਾਬਲਾ ਕਰਨਾ ਪੈਂਦਾ ਸੀ, ਜਿਸ ਵਿੱਚ ਖਰਾਬੀਆਂ ਦੋਨਾਂ ਦੀਆਂ ਸਨ ਪਰ ਖੂਬੀ ਕਿਸੇ ਦੀ ਵੀ ਨਹੀਂ ਸੀ। ਸਾਡਾ ਮੁਕੱਦਮਾ ਖਤਮ ਹੋ ਗਿਆ ਤੇ ਮੈਨੂੰ ਸਜ਼ਾ ਦਿੱਤੀ ਗਈ।